ਸਾਦਤ ਹਸਨ ਮੰਟੋ ਦੀ ਕਹਾਣੀ ਬਾਂਝ ਦਾ ਅਗਲਾ ਹਿੱਸਾ। ਪਹਿਲੀ ਮੁਲਾਕਾਤ ਤੇ ਇਸ ਮੁਲਾਕਾਤ 'ਚ ਸ਼ਾਇਦ 2.5 ਮਹੀਨੇ ਦਾ ਫਾਸਲਾ ਸੀ। ਉਹਦੇ ਚਿਹਰੇ ਦਾ ਰੰਗ ਪਹਿਲਾਂ ਨਾਲੋਂ ਜ਼ਿਆਦਾ ਪੀਲਾ ਸੀ। ਅੱਖਾਂ ਦੇ ਗਿਰਦ ਕਾਲੇ ਘੇਰੇ ਬਣ ਰਹੇ ਸਨ। ਉਹਨੂੰ ਸ਼ਾਇਦ ਕੋਈ ਤਕਲੀਫ ਸੀ ਜਿਹਦਾ ਅਹਿਸਾਸ ਉਹਨੂੰ ਹਰ ਵਕਤ ਰਹਿੰਦਾ ਸੀ, ਕਿਉਂਕਿ ਗੱਲਾਂ ਕਰਦੇ ਕਰਦੇ ਕਈ ਵਾਰ ਉਹ ਰੁਕ ਜਾਂਦਾ। ਉਹਦੇ ਹੋਠਾਂ ਵਿੱਚੋਂ ਆਪ ਮੁਹਾਰੇ ਆਹ ਨਿਕਲ ਜਾਂਦੀ। ਜੇਕਰ ਹੱਸਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹਦੇ ਹੋਠਾਂ 'ਚ ਜ਼ਿੰਦਗੀ ਪੈਦਾ ਨਹੀਂ ਹੁੰਦੀ ਸੀ। ਮੈਂ ਇਹ ਕੈਫੀਅਤ ਵੇਖ ਕੇ ਉਹਨੂੰ ਅਚਾਨਕ ਤੌਰ 'ਤੇ ਪੁੱਛਿਆ, ਤੁਸੀਂ ਉਦਾਸ ਕਿਉਂ ਹੋ? ਉਦਾਸ ਇੱਕ ਫਿੱਕੀ ਜਿਹੀ ਮੁਸਕਰਾਹਟ ਜੋ ਉਹਨਾਂ ਮਰਨ ਵਾਲਿਆਂ ਦੇ ਹੋਠਾਂ 'ਤੇ ਪੈਦਾ ਹੋਇਆ ਕਰਦੀ ਹੈ, ਜੋ ਜ਼ਾਹਰ ਕਰਨਾ ਚਾਹੁੰਦੇ ਹੈ ਕਿ ਉਹ ਮੌਤ ਤੋਂ ਡਰਦੇ ਨਹੀਂ। ਉਹਦੇ ਹੋਠਾਂ 'ਤੇ ਫੈਲੀ। ਮੈਂ ਉਦਾਸ ਨਹੀਂ ਹਾਂ, ਤੁਹਾਡੀ ਤਬੀਅਤ ਉਦਾਸ ਹੋਏਗੀ। ਇਹ ਕਹਿ ਕੇ ਉਹਨੇ ਇੱਕ ਹੀ ਘੁੱਟ 'ਚ ਚਾਹ ਦੀ ਪਿਆਲੀ ਖਾਲੀ ਕਰ ਦਿੱਤੀ ਅਤੇ ਉੱਠ ਖੜ੍ਹਾ ਹੋਇਆ। ਚੰਗਾ, ਤਾਂ ਮੈਂ ਇਜਾਜ਼ਤ ਚਾਹੁੰਦਾ, ਇੱਕ ਜ਼ਰੂਰੀ ਕੰਮ ਜਾਣਾ ਹੈ। ਮੈਨੂੰ ਭਰੋਸਾ ਸੀ ਕਿ ਉਹਨੇ ਕਿਸੇ ਜ਼ਰੂਰੀ ਕੰਮ ਨਹੀਂ ਜਾਣਾ, ਪਰ ਮੈਂ ਉਹਨੂੰ ਨਹੀਂ ਰੋਕਿਆ ਅਤੇ ਜਾਣ ਦਿੱਤਾ। ਇਸ ਵਾਰ ਫਿਰ ਉਹਦਾ ਨਾਮ ਪਤਾ ਨਾ ਕਰ ਸਕਿਆ, ਪਰੰਤੂ ਇੰਨਾ ਪਤਾ ਚੱਲ ਗਿਆ ਕਿ ਉਹ ਮਾਨਸਿਕ ਅਤੇ ਰੂਹਾਨੀ ਤੌਰ 'ਤੇ ਬੇਹੱਦ ਪਰੇਸ਼ਾਨ ਸੀ। ਉਹ ਉਦਾਸ ਸੀ, ਸਗੋਂ ਇਵੇਂ ਕਹੋ ਕਿ ਉਦਾਸੀ ਉਹਦੀ ਰਗ ਰਗ 'ਚ ਸਮਾ ਚੁੱਕੀ ਸੀ। ਪਰ ਉਹ ਨਹੀਂ ਚਾਹੁੰਦਾ ਸੀ ਕਿ ਉਹਦੀ ਉਦਾਸੀ ਦਾ ਦੂਸਰਿਆਂ ਨੂੰ ਪਤਾ ਲੱਗੇ। ਉਹ 2 ਜ਼ਿੰਦਗੀਆਂ ਬਸਰ ਕਰਨਾ ਚਾਹੁੰਦਾ ਸੀ, ਇੱਕੋ ਜੋ ਹਕੀਕਤ ਸੀ ਅਤੇ ਇੱਕੋ ਜਿਹਦੀ ਸਿਰਜਣਾ 'ਚ ਹਰ ਘੜੀ ਹਰ ਪਲ ਮਸਰੂਫ ਰਹਿੰਦਾ ਸੀ। ਪਰੰਤੂ ਉਹਦੀ ਜ਼ਿੰਦਗੀ ਦੇ ਦੋਵੇਂ ਪਹਿਲੂ ਨਾਕਾਮ ਸਨ। ਕਿਉਂ? ਇਹ ਮੈਨੂੰ ਪਤਾ ਨਹੀਂ। ਉਸ ਨਾਲ ਤੀਜੀ ਵਾਰ ਮੇਰੀ ਮੁਲਾਕਾਤ ਫਿਰ ਅਪੋਲੋ ਬੰਦਰ 'ਤੇ ਹੋਈ ਅਤੇ ਇਸ ਵਾਰ ਮੈਂ ਉਹਨੂੰ ਆਪਣੇ ਘਰ ਲੈ ਗਿਆ। ਰਸਤੇ 'ਚ ਸਾਡੀ ਕੋਈ ਗੱਲਬਾਤ ਨਹੀਂ ਹੋਈ, ਪਰੰਤੂ ਘਰ ਜਾ ਕੇ ਉਹਦੇ ਨਾਲ ਬਹੁਤ ਗੱਲਾਂ ਹੋਈਆਂ। ਜਦੋਂ ਮੇਰੇ ਕਮਰੇ 'ਚ ਵੜਿਆ ਤਾਂ ਉਹਦੇ ਚਿਹਰੇ ਉੱਤੇ ਕੁਝ ਪਲਾਂ ਲਈ ਉਦਾਸੀ ਛਾ ਗਈ, ਪਰ ਉਹ ਫੌਰਨ ਸੰਭਲ ਗਿਆ। ਉਹਨੇ ਆਪਣੀ ਆਦਤ ਦੇ ਖਿਲਾਫ ਆਪਣੇ ਆਪ ਨੂੰ ਬਹੁਤ ਤਰੋ-ਤਾਜ਼ਾ ਅਤੇ ਗੱਲੜੀ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਇਸ ਹਾਲਤ 'ਚ ਵੇਖ ਕੇ ਮੈਨੂੰ ਉਸ ਉੱਤੇ ਹੋਰ ਵੀ ਤਰਸ ਆ ਗਿਆ। ਉਹ ਇੱਕ ਮੌਤ ਵਰਗੀ ਯਕੀਨੀ ਹਕੀਕਤ ਨੂੰ ਝੁਠਲਾ ਰਿਹਾ ਸੀ। ਮਜ਼ਾ ਇਹ ਕਿ ਇਸ ਖੁਦ ਫਰੇਬੀ ਤੋਂ ਕਦੇ-ਕਦੇ ਉਹ ਸੰਤੁਸ਼ਟ ਵੀ ਨਜ਼ਰ ਆਉਂਦਾ ਸੀ। ਗੱਲਾਂ ਦੇ ਦੌਰਾਨ ਉਹਦੀ ਨਜ਼ਰ ਮੇਰੇ ਮੇਜ਼ 'ਤੇ ਪਈ। ਸ਼ੀਸ਼ੇ ਦੇ ਫਰੇਮ 'ਚ ਉਹਨੂੰ ਇੱਕ ਕੁੜੀ ਦੀ ਤਸਵੀਰ ਨਜ਼ਰ ਆਈ। ਉੱਠ ਕੇ ਉਹਨੇ ਤਸਵੀਰ ਵੱਲ ਜਾਂਦੇ ਹੋਏ ਕਿਹਾ, ਕੀ ਮੈਂ ਤੁਹਾਡੀ ਇਜਾਜ਼ਤ ਨਾਲ ਇਹ ਤਸਵੀਰ ਵੇਖ ਸਕਦਾ? ਜੀ। ਮੈਂ ਕਿਹਾ, ਜੀ ਸਦਕੇ। ਉਹਨੇ ਤਸਵੀਰ ਨੂੰ ਇੱਕ ਨਜ਼ਰ ਵੇਖ ਕੇ ਕੁਰਸੀ 'ਤੇ ਬੈਠ ਗਿਆ। ਚੰਗੀ ਖੂਬਸੂਰਤ ਕੁੜੀ ਹੈ। ਮੈਂ ਸਮਝਦਾ ਕਿ ਤੁਹਾਡੀ। ਜੀ ਨਹੀਂ। ਇੱਕ ਜ਼ਮਾਨਾ ਹੋਇਆ ਇਸ ਨਾਲ ਮੁਹੱਬਤ ਕਰਨ ਦਾ ਖਿਆਲ ਮੇਰੇ ਦਿਲ 'ਚ ਪੈਦਾ ਹੋਇਆ ਸੀ। ਸਗੋਂ ਇੰਜ ਕਹੋ ਕਿ ਥੋੜ੍ਹੀ ਜਿਹੀ ਮੁਹੱਬਤ ਮੇਰੇ ਦਿਲ 'ਚ ਪੈਦਾ ਹੋ ਵੀ ਗਈ ਸੀ, ਪਰ ਅਫਸੋਸ ਕਿ ਉਹਨੂੰ ਇਹਦੀ ਖਬਰ ਤੱਕ ਨਹੀਂ ਹੋਈ ਅਤੇ ਮੈਂ ਨਹੀਂ, ਸਗੋਂ ਵਿਆਹ ਦਿੱਤੀ ਗਈ। ਇਹ ਤਸਵੀਰ ਮੇਰੀ ਪਹਿਲੀ ਮੁਹੱਬਤ ਦੀ ਯਾਦਗਾਰ ਹੈ, ਜੋ ਚੰਗੀ ਤਰ੍ਹਾਂ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਗਈ। ਇਹ ਤੁਹਾਡੀ ਮੁਹੱਬਤ ਦੀ ਯਾਦਗਾਰ ਹੈ। ਇਸ ਦੇ ਬਾਅਦ ਤਾਂ ਤੁਸੀਂ ਹੋਰ ਵੀ ਬਹੁਤ ਰੋਮਾਂਸ ਲੜਾਏ ਹੋਣਗੇ। ਉਹਨੇ ਆਪਣੇ ਖੁਸ਼ਕ ਹੋਠਾਂ ਉੱਤੇ ਜ਼ਬਾਨ ਫੇਰੀ। ਯਾਨੀ ਤੁਹਾਡੀ ਜ਼ਿੰਦਗੀ 'ਚ ਤਾਂ ਕਈ ਅਜਿਹੀਆਂ ਨਾਮੁਕੰਮਲ ਅਤੇ ਮੁਕੰਮਲ ਮੁਹੱਬਤਾਂ ਹੋਈਆਂ ਹੋਣਗੀਆਂ। ਮੈਂ ਕਹਿਣ ਹੀ ਵਾਲਾ ਸੀ ਕਿ ਜੀ ਨਹੀਂ, ਖਾਕਸਾਰ ਵੀ ਮੁਹੱਬਤ ਦੇ ਮਾਮਲੇ 'ਚ ਤੁਹਾਡੇ ਵਾਂਗ ਬੰਜਰ ਹੈ। ਪਰ ਪਤਾ ਨਹੀਂ ਕਿਉਂ ਇਹ ਕਹਿੰਦਾ ਰੁਕ ਗਿਆ ਅਤੇ ਖਾਮ-ਖਾ ਝੂਠ ਬੋਲ ਦਿੱਤਾ। ਜੀ ਹਾਂ, ਅਜਿਹੇ ਸਿਲਸਿਲੇ ਹੁੰਦੇ ਰਹਿੰਦੇ ਹੈ। ਤੁਹਾਡੀ ਕਿਤਾਬੀ ਜ਼ਿੰਦਗੀ ਵੀ ਤਾਂ ਅਜਿਹੇ ਵਾਕਿਆਤ ਨਾਲ ਭਰਪੂਰ ਹੋਏਗੀ। ਉਹ ਕੁਝ ਨਹੀਂ ਬੋਲਿਆ, ਬਿਲਕੁਲ ਚੁੱਪ ਹੋ ਗਿਆ, ਜਿਵੇਂ ਕਿਸੇ ਡੂੰਘੇ ਸਮੁੰਦਰ 'ਚ ਡੁੱਬੀ ਮਾਰ ਗਿਆ। ਦੇਰ ਤੱਕ ਜਦੋਂ ਆਪਣੇ ਖਿਆਲਾਂ 'ਚ ਗਰਕ ਰਿਹਾ ਸੀ, ਮੈਂ ਉਹਦੀ ਚੁੱਪ ਤੋਂ ਉਦਾਸ ਹੋਣ ਲੱਗਾ ਅਤੇ ਮੈਂ ਕਿਹਾ, ਅਜੀ ਹਜ਼ਰਤ, ਤੁਸੀਂ ਕਿਹੜੇ ਖਿਆਲਾਂ 'ਚ ਗੁਆਚ ਗਏ? ਉਹ ਚੌਂਕ ਪਿਆ। ਮੈਂ ਕੁਛ ਨਹੀਂ, ਮੈਂ ਐਵੇਂ ਕੁਝ ਸੋਚ ਰਿਹਾ ਸੀ। ਮੈਂ ਪੁੱਛਿਆ, ਕੋਈ ਗੁਜ਼ਰੀ ਕਹਾਣੀ ਯਾਦ ਆ ਗਈ? ਕੋਈ ਵਿਛੜਿਆ ਹੋਇਆ ਸੁਪਨਾ ਮਿਲ ਗਿਆ? ਪੁਰਾਣੇ ਜ਼ਖਮ ਹਰੇ ਹੋ ਗਏ? ਜ਼ਖਮ? ਪੁਰਾਣੇ ਜ਼ਖਮ? ਕਈ ਜ਼ਖਮ ਤਾਂ ਨਹੀਂ, ਸਿਰਫ ਇੱਕ ਹੀ ਹੈ, ਬਹੁਤ ਗਹਿਰਾ, ਬਹੁਤ ਕਾਰ। ਹੋਰ ਜ਼ਖਮ ਮੈਂ ਚਾਹੁੰਦਾ ਵੀ ਨਹੀਂ, ਇੱਕ ਹੀ ਜ਼ਖਮ ਕਾਫੀ ਹੈ। ਇਹ ਕਹਿ ਕੇ ਉੱਠ ਖੜ੍ਹਾ ਹੋਇਆ ਅਤੇ ਮੇਰੇ ਕਮਰੇ 'ਚ ਟਹਿਲਣ ਦੀ ਕੋਸ਼ਿਸ਼ ਕਰਨ ਲੱਗਾ, ਕਿਉਂਕਿ ਇਸ ਛੋਟੀ ਜਿਹੀ ਜਗ੍ਹਾ 'ਚ ਜਿੱਥੇ ਕੁਰਸੀਆਂ, ਮੇਜ਼ ਅਤੇ ਚਾਰਪਾਈ ਸਭ ਕੁਝ ਪਿਆ ਸੀ, ਟਹਿਲਣ ਲਈ ਕੋਈ ਜਗ੍ਹਾ ਨਹੀਂ ਸੀ। ਮੇਜ਼ ਦੇ ਕੋਲ ਉਹਨੂੰ ਰੁਕਣਾ ਪਿਆ। ਤਸਵੀਰ ਨੂੰ ਇਸ ਵਾਰ ਗਹਿਰੀਆਂ ਨਜ਼ਰਾਂ ਨਾਲ ਵੇਖਿਆ ਅਤੇ ਕਿਹਾ,
ਇਸ ਵਿੱਚ ਤੇ ਉਸ 'ਚ ਕਿੰਨੀ ਸਮਰੂਪਤਾ ਹੈ। ਪਰ ਉਹਦੇ ਚਿਹਰੇ ਉੱਤੇ ਅਜਿਹੀ ਸ਼ੋਖੀ ਨਹੀਂ ਸੀ। ਇਹਦੀਆਂ ਅੱਖਾਂ ਵੱਡੀਆਂ ਸਨ, ਪਰ ਇਹਨਾਂ ਅੱਖਾਂ ਦੀ ਤਰ੍ਹਾਂ ਉਹਨਾਂ 'ਚ ਸ਼ਰਾਰਤ ਨਹੀਂ ਸੀ। ਉਹ ਫਿਕਰਮੰਦ ਅੱਖਾਂ ਸਨ, ਅਜਿਹੀਆਂ ਅੱਖਾਂ ਜੋ ਵੇਖਦੀਆਂ ਵੀ ਹਨ ਅਤੇ ਸਮਝਦੀਆਂ ਵੀ ਹਨ। ਇਹ ਕਹਿੰਦੇ ਹੋਏ ਉਹਨੇ ਇੱਕ ਠੰਡੀ ਆਹ ਭਰੀ ਅਤੇ ਕੁਰਸੀ 'ਤੇ ਬੈਠ ਗਿਆ। ਮੌਤ ਬਿਲਕੁਲ ਨਾ ਸਮਝ ਆਉਣ ਵਾਲੀ ਚੀਜ਼ ਹੈ, ਖ਼ਾਸ ਤੌਰ 'ਤੇ ਉਸ ਵਕਤ ਜਦੋਂ ਕਿ ਜਵਾਨੀ 'ਚ ਆਏ। ਮੈਂ ਸਮਝਦਾ ਖੁਦਾ ਦੇ ਇਲਾਵਾ ਇੱਕ ਤਾਕਤ ਹੋਰ ਵੀ ਹੈ ਜੋ ਬੜੀ ਈਰਖਾਲੂ ਹੈ, ਜੋ ਕਿਸੇ ਨੂੰ ਖੁਸ਼ ਵੇਖਣਾ ਨਹੀਂ ਚਾਹੁੰਦੀ। ਪਰ ਛੱਡੋ ਇਸ ਕਿਸੇ ਨੂੰ। ਮੈਂ ਉਹਨੂੰ ਕਿਹਾ, ਨਹੀਂ ਨਹੀਂ, ਤੁਸੀਂ ਸੁਣਾਉਂਦੇ ਜਾਓ, ਪਰੰਤੂ ਜੇਕਰ ਤੁਸੀਂ ਅਜਿਹਾ ਮੁਨਾਸਿਬ ਸਮਝੋ, ਸੱਚ ਪੁੱਛੋ ਤਾਂ ਮੈਂ ਸਮਝ ਰਿਹਾ ਸੀ ਕਿ ਤੁਸੀਂ ਕਦੇ ਮੁਹੱਬਤ ਕੀਤੀ ਹੀ ਨਹੀਂ ਹੋਏਗੀ। ਇਹ ਤੁਸੀਂ ਕਿਵੇਂ ਸਮਝ ਲਿਆ ਕਿ ਮੈਂ ਕਦੇ ਮੁਹੱਬਤ ਕੀਤੀ ਨਹੀਂ? ਹੁਣੇ ਤਾਂ ਤੁਸੀਂ ਕਹਿ ਰਹੇ ਸੀ ਕਿ ਮੇਰੀ ਜ਼ਿੰਦਗੀ ਦੀ ਕਿਤਾਬ 'ਚ ਅਜਿਹੇ ਕਈ ਵਾਕਿਆਂ ਨਾਲ ਭਰੀ ਹੋਏਗੀ। ਇਹ ਕਹਿ ਕੇ ਉਹਨੇ ਮੇਰੇ ਵੱਲ ਸਵਾਲੀਆ ਨਿਗਾਹਾਂ ਨਾਲ ਵੇਖਿਆ। ਮੈਂ ਜੇਕਰ ਮੁਹੱਬਤ ਨਹੀਂ ਕੀਤੀ ਤਾਂ ਦੁੱਖ ਮੇਰੇ ਦਿਲ 'ਚ ਕਿੱਥੋਂ ਪੈਦਾ ਹੋ ਗਿਆ? ਮੈਂ ਜੇਕਰ ਮੁਹੱਬਤ ਨਹੀਂ ਕੀਤੀ ਤਾਂ ਮੇਰੀ ਜ਼ਿੰਦਗੀ ਨੂੰ ਇਹ ਰੋਗ ਕਿੱਥੋਂ ਚੰਬੜ ਗਿਆ? ਮੈਂ ਦਿਨ ਬ ਦਿਨ ਮੋਮ ਦੀ ਤਰ੍ਹਾਂ ਕਿਉਂ ਪਿਘਲਦਾ ਜਾ ਰਿਹਾ? ਦੇਖਣ ਨੂੰ ਇਹ ਸਭ ਸਵਾਲ ਉਹ ਮੈਨੂੰ ਕਰ ਰਿਹਾ ਸੀ, ਪਰ ਦਰਅਸਲ ਉਹ ਸਭ ਕੁਝ ਆਪਣੇ ਆਪ ਨੂੰ ਹੀ ਪੁੱਛ ਰਿਹਾ ਸੀ। ਮੈਂ ਕਿਹਾ, ਮੈਂ ਝੂਠ ਬੋਲਿਆ ਸੀ ਕਿ ਤੁਹਾਡੀ ਜ਼ਿੰਦਗੀ 'ਚ ਅਜਿਹੇ ਕਈ ਵਾਕਿਆ ਹੋਣਗੇ, ਪਰ ਤੁਸੀਂ ਵੀ ਝੂਠ ਬੋਲਿਆ ਸੀ ਕਿ ਮੈਂ ਉਦਾਸ ਨਹੀਂ ਹਾਂ, ਮੈਨੂੰ ਕੋਈ ਰੋਗ ਨਹੀਂ ਹੈ। ਕਿਸੇ ਦੇ ਦਿਲ ਦਾ ਹਾਲ ਜਾਣਨਾ ਆਸਾਨ ਗੱਲ ਨਹੀਂ ਹੈ। ਤੁਹਾਡੀ ਉਦਾਸੀ ਦੇ ਹੋਰ ਬਹੁਤ ਕਾਰਨ ਹੋ ਸਕਦੇ ਹੈ, ਪਰ ਜਦੋਂ ਤੱਕ ਮੈਨੂੰ ਤੁਸੀਂ ਖੁਦ ਨਾ ਦੱਸੋ, ਮੈਂ ਕਿਸੇ ਨਤੀਜੇ ਉੱਤੇ ਕਿਵੇਂ ਪਹੁੰਚ ਸਕਦਾ? ਇਸ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਵਾਕਈ ਦਿਨ ਬ ਦਿਨ ਕਮਜ਼ੋਰ ਹੁੰਦੇ ਜਾ ਰਹੇ ਹੋ। ਤੁਹਾਨੂੰ ਯਕੀਨਨ ਵੱਡਾ ਸਦਮਾ ਪਹੁੰਚਿਆ ਅਤੇ ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਹਮਦਰਦੀ? ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਮੈਨੂੰ ਕਿਸੇ ਦੀ ਹਮਦਰਦੀ ਦੀ ਜ਼ਰੂਰਤ ਨਹੀਂ, ਇਸ ਲਈ ਕਿ ਹਮਦਰਦੀ ਉਹਨੂੰ ਵਾਪਸ ਨਹੀਂ ਲਿਆ ਸਕਦੀ। ਉਸ ਔਰਤ ਨੂੰ ਮੌਤ ਦੀਆਂ ਗਹਿਰਾਈਆਂ 'ਚੋਂ ਕੱਢ ਕੇ ਮੇਰੇ ਹਵਾਲੇ ਨਹੀਂ ਕਰ ਸਕਦੀ, ਜਿਹਦੇ ਨਾਲ ਮੈਨੂੰ ਪਿਆਰ ਸੀ। ਤੁਸੀਂ ਮੁਹੱਬਤ ਨਹੀਂ ਕੀਤੀ, ਮੈਨੂੰ ਯਕੀਨ ਹੈ ਤੁਸੀਂ ਮੁਹੱਬਤ ਨਹੀਂ ਕੀਤੀ, ਇਸ ਲਈ ਕਿ ਉਹਦੀ ਨਾਕਾਮੀ ਨੇ ਤੁਹਾਡੇ 'ਤੇ ਕੋਈ ਦਾਗ ਨਹੀਂ ਛੱਡਿਆ। ਮੇਰੇ ਵੱਲ ਵੇਖੋ। ਇਹ ਕਹਿ ਕੇ ਉਹਨੇ ਖੁਦ ਆਪਣੇ ਆਪ ਨੂੰ ਵੇਖਿਆ। ਕੋਈ ਜਗ੍ਹਾ ਤੁਹਾਨੂੰ ਅਜਿਹੀ ਨਹੀਂ ਮਿਲੇਗੀ ਜਿੱਥੇ ਮੇਰੀ ਮੁਹੱਬਤ ਦੇ ਨਕਸ਼ ਨਾ ਮਿਲਦੇ ਹੋਣ। ਮੇਰਾ ਵਜੂਦ ਖੁਦ ਇਸ ਮੁਹੱਬਤ ਦੀ ਟੁੱਟੀ ਹੋਈ ਇਮਾਰਤ ਦਾ ਮਲਬਾ ਹੈ। ਮੈਂ ਤੁਹਾਨੂੰ ਇਹ ਦਾਸਤਾਂ ਕਿਵੇਂ ਸੁਣਾਵਾਂ, ਕਿਉਂ ਸੁਣਾਵਾਂ, ਜਦੋਂ ਕਿ ਤੁਸੀਂ ਉਹਨੂੰ ਸਮਝ ਹੀ ਨਹੀਂ ਸਕੋਗੇ। ਕਿਸੇ ਦਾ ਇਹ ਕਹਿ ਦੇਣਾ ਕਿ ਮੇਰੀ ਮਾਂ ਮਰ ਗਈ ਹੈ ਤੁਹਾਡੇ ਦਿਲ ਉੱਤੇ ਉਹ ਅਸਰ ਪੈਦਾ ਨਹੀਂ ਕਰ ਸਕਦਾ ਜੋ ਮੌਤ ਨੇ ਬੇਟੇ 'ਤੇ ਕੀਤਾ ਸੀ। ਮੇਰੀ ਮੁਹੱਬਤ ਦੀ ਦਾਸਤਾਂ ਤੁਹਾਨੂੰ ਕਿਸੇ ਨੂੰ ਵੀ ਬਿਲਕੁਲ ਮਾਮੂਲੀ ਲੱਗੇਗੀ, ਪਰ ਮੇਰੇ ਉੱਤੇ ਜੋ ਅਸਰ ਹੋਇਆ ਉਸ ਤੋਂ ਕੋਈ ਵੀ ਜਾਣੂ ਨਹੀਂ ਹੋ ਸਕਦਾ, ਇਸ ਲਈ ਕਿ ਮੁਹੱਬਤ ਮੈਂ ਕੀਤੀ ਹੈ, ਸਭ ਕੁਝ ਸਿਰਫ ਮੇਰੇ ਉੱਤੇ ਬੀਤਿਆ। ਇਹ ਕਹਿ ਕੇ ਉਹ ਖਾਮੋਸ਼ ਹੋ ਗਿਆ। ਉਹਦੇ ਹਲਕ ਵਿੱਚ ਤਲਖੀ ਪੈਦਾ ਹੋ ਗਈ, ਕਿਉਂਕਿ ਬਾਰ-ਬਾਰ ਥੁੱਕ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਉਹ ਤੁਹਾਨੂੰ ਧੋਖਾ ਦੇ ਗਈ? ਮੈਂ ਉਹਨੂੰ ਪੁੱਛਿਆ, ਜਾਂ ਕੁਝ ਹੋਰ ਹਾਲਾਤ? ਧੋਖਾ? ਉਹ ਧੋਖਾ ਦੇ ਹੀ ਨਹੀਂ ਸਕਦੀ। ਖੁਦਾ ਦੇ ਲਈ ਧੋਖਾ ਨਾ ਕਹੋ। ਉਹ ਔਰਤ ਨਹੀਂ, ਫਰਿਸ਼ਤਾ ਸੀ। ਪਰ ਬੁਰਾ ਹੋਇਆ ਉਸ ਮੌਤ ਦਾ ਜੋ ਸਾਨੂੰ ਖੁਸ਼ ਨਹੀਂ ਵੇਖ ਸਕੀ ਅਤੇ ਉਹਨੂੰ ਹਮੇਸ਼ਾ ਲਈ ਆਪਣੇ ਪਰਾਂ 'ਚ ਸਮੇਟ ਕੇ ਲੈ ਗਈ। ਤੁਸੀਂ ਮੇਰੇ ਦਿਲ 'ਤੇ ਖਰਾਸ਼ਾਂ ਪੈਦਾ ਕਰ ਦਿੱਤੀਆਂ ਹਨ। ਸੁਣੋ, ਮੈਂ ਤੁਹਾਨੂੰ ਦਰਦਨਾਕ ਦਾਸਤਾਂ ਦਾ ਕੁਝ ਹਿੱਸਾ ਸੁਣਾਉਣਾ। ਉਹ ਇੱਕ ਵੱਡੇ ਅਤੇ ਅਮੀਰ ਘਰਾਣੇ ਦੀ ਕੁੜੀ ਸੀ। ਜਿਸ ਜ਼ਮਾਨੇ 'ਚ ਉਹਦੀ ਅਤੇ ਮੇਰੀ ਪਹਿਲੀ ਮੁਲਾਕਾਤ ਹੋਈ, ਮੈਂ ਆਪਣੇ ਬਾਪ ਦਾਦਾ ਦੀ ਸਾਰੀ ਜਾਇਦਾਦ ਆਯਾਸ਼ੀਆਂ 'ਚ ਬਰਬਾਦ ਕਰ ਚੁੱਕਾ ਸੀ। ਮੇਰੇ ਕੋਲ ਇੱਕ ਕੌਡੀ ਵੀ ਨਹੀਂ ਸੀ। ਫਿਰ ਬੰਬਈ ਛੱਡ ਕੇ ਮੈਂ ਲਖਨਊ ਚਲਾ ਗਿਆ। ਆਪਣੀ ਮੋਟਰ ਹਾਲਾਂਕਿ ਮੇਰੇ ਕੋਲ ਹੋਇਆ ਕਰਦੀ ਸੀ, ਇਸ ਲਈ ਮੈਂ ਸਿਰਫ ਮੋਟਰ ਚਲਾਉਣ ਦਾ ਕੰਮ ਜਾਣਦਾ ਸੀ। ਇਸ ਲਈ ਮੈਂ ਉਸੇ ਨੂੰ ਆਪਣਾ ਪੇਸ਼ਾ ਕਰਾਰ ਦੇਣ ਦਾ ਫੈਸਲਾ ਕੀਤਾ। ਪਹਿਲੀ ਨੌਕਰੀ ਮੈਨੂੰ ਡਿਪਟੀ ਸਾਹਿਬ ਦੇ ਮਿਲੀ, ਜਿਨ੍ਹਾਂ ਦੀ ਇਕਲੌਤੀ ਕੁੜੀ ਸੀ। ਇਹ ਕਹਿੰਦੇ ਉਹ ਆਪਣੇ ਖਿਆਲਾਂ 'ਚ ਗੁਆਚ ਗਿਆ ਅਤੇ ਇੱਕਦਮ ਚੁੱਪ ਰਿਹਾ। ਮੈਂ ਵੀ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਹ ਫਿਰ ਚੌਂਕਿਆ, ਕਹਿਣ ਲੱਗਾ, ਮੈਂ ਕੀ ਕਹਿ ਰਿਹਾ ਸੀ? ਤੁਸੀਂ ਡਿਪਟੀ ਸਾਹਿਬ ਦੇ ਮੁਲਾਜ਼ਮ ਹੋ ਗਏ? ਹਾਂ, ਉਸ ਡਿਪਟੀ ਸਾਹਿਬ ਦੀ ਇਕਲੌਤੀ ਕੁੜੀ ਸੀ। ਹਰ ਰੋਜ਼ ਸਵੇਰੇ 9 ਵਜੇ ਮੈਂ ਜ਼ੋਹਰਾ ਨੂੰ ਮੋਟਰ 'ਚ ਸਕੂਲ ਲੈ ਜਾਇਆ ਕਰਦਾ ਸੀ। ਉਹ ਪਰਦਾ ਕਰਦੀ ਸੀ, ਪਰ ਮੋਟਰ ਡਰਾਈਵਰ ਤੋਂ ਕਦੋਂ ਕੋਈ ਛੁਪ ਸਕਦਾ ਹੈ। ਮੈਂ ਉਹਨੂੰ ਦੂਜੇ ਦਿਨ ਹੀ ਵੇਖ ਲਿਆ। ਉਹ ਸਿਰਫ ਖੂਬਸੂਰਤ ਹੀ ਨਹੀਂ ਸੀ, ਉਸ 'ਚ ਇੱਕ ਖਾਸ ਗੱਲ ਵੀ ਸੀ। ਬੜੀ ਗੰਭੀਰ ਅਤੇ ਸੰਜੀਦਾ ਕੁੜੀ ਸੀ।
ਉਹਦੇ ਸਿੱਧੇ ਚੀਰ ਨੇ ਉਹਦੇ ਚਿਹਰੇ ਉੱਤੇ ਖਾਸ ਕਿਸਮ ਦਾ ਵਕਾਰ ਪੈਦਾ ਕਰ ਦਿੱਤਾ ਸੀ। ਓਹ, ਮੈਂ ਕੀ ਅਰਜ਼ ਕਰਾਂ, ਉਹ ਕੀ ਸੀ? ਮੇਰੇ ਕੋਲ ਲਫ਼ਜ਼ ਨਹੀਂ ਹਨ ਕਿ ਮੈਂ ਉਹਦੀ ਸੂਰਤ ਤੇ ਸੀਰਤ ਬਿਆਨ ਕਰ ਸਕਾਂ। ਬਹੁਤ ਦੇਰ ਤੱਕ ਉਹ ਆਪਣੀ ਜ਼ੋਹਰਾ ਦੀਆਂ ਖੂਬੀਆਂ ਬਿਆਨ ਕਰਦਾ ਰਿਹਾ। ਇਸ ਦੌਰਾਨ ਉਹਨੇ ਕਈ ਵਾਰ ਉਹਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਅਜਿਹਾ ਲੱਗਦਾ ਸੀ ਕਿ ਖਿਆਲ ਉਹਦੇ ਦਿਮਾਗ 'ਚ ਜ਼ਰੂਰਤ ਤੋਂ ਜ਼ਿਆਦਾ ਜਮ੍ਹਾਂ ਹੋ ਗਏ ਹਨ। ਕਦੇ ਕਦੇ ਗੱਲਾਂ ਕਰਦੇ ਕਰਦੇ ਉਹਦਾ ਚਿਹਰਾ ਤਮਤਮਾ ਉੱਠਦਾ, ਪਰੰਤੂ ਫਿਰ ਉਦਾਸੀ ਛਾ ਜਾਂਦੀ। ਉਹ ਆਹਾਂ ਵਿੱਚ ਗੁਫ਼ਤਗੂ ਕਰਨਾ ਸ਼ੁਰੂ ਕਰ ਦਿੰਦਾ। ਆਪਣੀ ਦਾਸਤਾਨ ਬਹੁਤ ਆਹਿਸਤਾ ਆਹਿਸਤਾ ਸੁਣਾ ਰਿਹਾ ਸੀ, ਜਿਵੇਂ ਖੁਦ ਵੀ ਮਜ਼ਾ ਲੈ ਰਿਹਾ ਹੋਵੇ। ਇੱਕ ਇੱਕ ਟੁਕੜਾ ਜੋੜ ਕੇ ਉਹਨੇ ਸਾਰੀ ਕਹਾਣੀ ਪੂਰੀ ਕੀਤੀ, ਜਿਹਦਾ ਖੁਲਾਸਾ ਇਹ ਸੀ, ਜ਼ੋਹਰਾ ਨਾਲ ਉਹਨੂੰ ਬੇਪਨਾਹ ਮੁਹੱਬਤ ਹੋ ਗਈ। ਕੁਝ ਦਿਨ ਤਾਂ ਮੌਕਾ ਪਾ ਕੇ ਉਹਦਾ ਦੀਦਾਰ ਕਰਨ ਤੇ ਤਰ੍ਹਾਂ ਤਰ੍ਹਾਂ ਦੇ ਮਨਸੂਬੇ ਬੰਨ੍ਹਣ 'ਚ ਬੀਤ ਗਏ। ਪਰ ਜਦੋਂ ਉਹਨੇ ਗੰਭੀਰਤਾ ਨਾਲ ਉਸ ਮੁਹੱਬਤ 'ਤੇ ਗੌਰ ਕੀਤਾ ਤਾਂ ਖੁਦ ਨੂੰ ਜ਼ੋਹਰਾ ਤੋਂ ਬਹੁਤ ਦੂਰ ਪਾਇਆ। ਇੱਕ ਮੋਟਰ ਡਰਾਈਵਰ ਆਪਣੇ ਆਕਾ ਦੀ ਕੁੜੀ ਨਾਲ ਮੁਹੱਬਤ ਕਿਵੇਂ ਕਰ ਸਕਦਾ ਹੈ? ਇਸ ਲਈ ਜਦੋਂ ਇਸ ਤਲਖ ਹਕੀਕਤ ਦਾ ਅਹਿਸਾਸ ਉਹਦੇ ਦਿਲ 'ਚ ਪੈਦਾ ਹੋਇਆ ਤਾਂ ਉਹ ਦਿਲਗੀਰ ਰਹਿਣ ਲੱਗਾ। ਪਰੰਤੂ ਇੱਕ ਦਿਨ ਉਹਨੇ ਬੜੀ ਹਿੰਮਤ ਤੋਂ ਕੰਮ ਲਿਆ। ਕਾਗਜ਼ ਦੇ ਇੱਕ ਪੁਰਜੇ ਉੱਤੇ ਉਹਨੇ ਜ਼ੋਹਰਾ ਨੂੰ ਕੁਝ ਸਤਰਾਂ ਲਿਖੀਆਂ। ਇਹ ਸਤਰਾਂ ਮੈਨੂੰ ਯਾਦ ਹਨ। ਜ਼ੋਹਰਾ, ਮੈਂ ਚੰਗੀ ਤਰ੍ਹਾਂ ਜਾਣਦਾ ਕਿ ਤੁਹਾਡਾ ਨੌਕਰ ਹਾਂ। ਤੁਹਾਡੇ ਵਾਲਦ ਸਾਹਿਬ ਮੈਨੂੰ 30 ਰੁਪਏ ਮਹੀਨਾਵਾਰ ਦਿੰਦੇ ਹਨ, ਪਰ ਮੈਂ ਤੈਨੂੰ ਮੁਹੱਬਤ ਕਰਦਾ। ਮੈਂ ਕੀ ਕਰਾਂ, ਕੀ ਨਾ ਕਰਾਂ, ਮੇਰੀ ਸਮਝ 'ਚ ਨਹੀਂ ਆਉਂਦਾ। ਇਹ ਸਤਰਾਂ ਕਾਗਜ਼ 'ਤੇ ਲਿਖ ਕੇ ਉਹਨੇ ਕਾਗਜ਼ ਉਹਦੀ ਕਿਤਾਬ 'ਚ ਰੱਖ ਦਿੱਤਾ। ਦੂਜੇ ਦਿਨ ਜਦੋਂ ਉਹਨੂੰ ਮੋਟਰ 'ਚ ਸਕੂਲ ਲੈ ਗਿਆ, ਉਹਦੇ ਹੱਥ ਕੰਬ ਰਹੇ ਸਨ। ਹੈਂਡਲ ਕਈ ਵਾਰ ਉਹਦੇ ਹੱਥਾਂ 'ਚੋਂ ਨਿਕਲ ਗਿਆ, ਪਰ ਖੁਦਾ ਦਾ ਸ਼ੁਕਰ ਕੋਈ ਐਕਸੀਡੈਂਟ ਨਹੀਂ ਹੋਇਆ। ਉਸ ਦਿਨ ਉਹਦੀ ਕੈਫੀਅਤ ਅਜੀਬ ਰਹੀ। ਸ਼ਾਮ ਨੂੰ ਜਦੋਂ ਜ਼ੋਹਰਾ ਨੂੰ ਸਕੂਲੋਂ ਵਾਪਸ ਲਿਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਕੁੜੀ ਨੇ ਮੋਟਰ ਰੋਕਣ ਲਈ ਕਿਹਾ, ਧੰਨਵਾਦ, ਚੱਲਦਾ।